ਮੰਗਲ ਸੁਖ ਕਲਿਆਣ ਦਾ ਕਰੇ ਅਮੰਗਲ ਹਾਨ। ਜਪਤ ਜਪਤ ਸ਼੍ਰੀ ਨਾਮ ਕੋ ਪ੍ਰਗਟੈ ਉਰ ਮੈਂ ਗਿਆਨ। ਜਪਤ ਜਪਤ ਸ਼੍ਰੀ ਨਾਮ ਕੋ ਪ੍ਰਗਟੈ ਉਰ ਮੈਂ ਗਿਆਨ। ਪਰਮ ਸਨਮਾਨਯੋਗ ਸਾਧ ਸੰਗਤ, ਆਪ ਸਰਬੱਤ ਸਤ ਸੰਗੀ ਜਨ, ਇਤਿਹਾਸਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਬੜੇ ਅਦਬ, ਪਿਆਰ, ਸਤਿਕਾਰ ਔਰ ਸ਼ਰਧਾ ਸਹਿਤ ਮਨਾਉਂਦਿਆਂ ਹੋਇਆਂ ਸੰਗਤੀ ਰੂਪ ਜੁੜ ਬੈਠੇ ਹੋ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲੇ ਅਦਬ ਸਹਿਤ ਬੇਨਤੀ ਕਰਾਂਗਾ, ਸਾਰੇ ਮਨ ਬਿਰਤੀਆਂ ਇਕਾਗਰ ਕਰੀਏ। ਰਸਨਾ ਦੀ ਲਵਾਓ ਹਾਜ਼ਰੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਲਿਖਤ ਦੀ ਮਹਾਨ ਸੇਵਾ ਪ੍ਰਾਰੰਭ ਕਰਨ ਲੱਗੇ, ਯੋਗ ਸਥਾਨ ਦੀ ਨਿਯੁਕਤੀ ਕੀਤੀ ਗਈ। ਚਾਰੋਂ ਪਾਸੇ ਸੁੰਦਰ ਕਨਾਤ ਲਗਾ, ਜਰੀਦਾਰ ਚੰਦੋਆ ਤਾਣ, ਤਿਆਰੀ ਕਰ ਸੰਗਤ ਨੂੰ ਵਿਦਿਆ ਕਰਨ ਲੱਗੇ। ਤੇ ਸੰਗਤ ਨੇ ਹੱਥ ਜੋੜ ਬੇਨਤੀ ਕੀਤੀ, ਸਤਿਗੁਰੂ ਮਹਾਰਾਜ, ਜਿਸ ਸਥਾਨ ਤੇ ਮਹਾਨ ਕਾਰਜ ਪ੍ਰਾਰੰਭ ਹੋਣ ਲੱਗਾ ਹੈ, ਇਸ ਸਥਾਨ ਦਾ ਨਾਮ ਕੀ ਹੈ? ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੁਖਾਰ ਬਿੰਦ ਤੋਂ ਅੰਮ੍ਰਿਤ ਬੋਲ ਕਹੇ, ਰਾਮ ਨਾਮ ਕੀ ਮਹਿਮਾ ਮਹਾਂ। ਪਰਮੇਸ਼ਰ ਦੇ ਨਾਮ ਦੀ ਜਿਹੜੀ ਮਹਿਮਾ ਹੈ ਉਹ ਬੜੀ ਮਹਾਨ ਹੈ। ਰਾਮ ਨਾਮ ਕੀ ਮਹਿਮਾ ਮਹਾਂ, ਰਚੇ ਗ੍ਰੰਥ ਸਾਹਿਬ ਜੀ ਇਹਾਂ। ਇਸ ਸਥਾਨ ਤੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਮਹਾਨ ਲਿਖਤ ਹੋਣੀ ਹੈ। ਜਾਂ ਤੇ ਨਾਮ ਰਾਮ ਸਰ ਹੋਆ, ਘਾਤਕ ਪਾਤਕ ਮੱਜਤ ਜੋਆ। ਇਸ ਲਈ ਇਸ ਸਥਾਨ ਦਾ ਨਾਮ ਰਾਮਸਰ ਹੈ। ਔਰ ਜਿਹੜਾ ਵੀ ਸ਼ਰਧਾ ਔਰ ਪਿਆਰ ਸਹਿਤ ਸਥਾਨ ਦੇ ਦਰਸ਼ਨ ਕਰੇਗਾ, ਇਸ਼ਨਾਨ ਕਰੇਗਾ, ਉਸ ਦੇ ਪਾਪ ਨਾਸ ਹੋਣਗੇ। ਹੁਣ ਸਤਿਗੁਰੂ ਮਹਾਰਾਜ ਜੀ ਸੰਗਤ ਨੂੰ ਵਿਦਿਆ ਕਰ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ ਔਰ ਆਪਣੇ ਪਾਸ ਬੁਲਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੁਖਾਰ ਬਿੰਦ ਤੋਂ ਬੋਲ ਕਹੇ। ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਅਸਾਂ ਹੁਣ ਇਸ ਸਥਾਨ ਤੇ ਇਕਾਂਤ ਵਿੱਚ ਰਹਿਣਾ ਹੈ ਔਰ ਮਹਾਨ ਕਾਰਜ ਕਰਨਾ ਹੈ। ਹੋਨ ਇਕਾਕੀ ਹਮ ਅਬ ਚਾਹਤ, ਹਿਤ ਦਰਸ਼ਨ ਸਭ ਸਿੱਖੇ ਉਮਾਹਤ। ਬੜੇ ਚਾਉ ਦੇ ਨਾਲ ਗੁਰੂ ਕੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਉਣਗੀਆਂ। ਜਾਂ ਤੇ ਸਾਹਿਬ ਬੁੱਢਾ ਜਾਵੋ, ਸਭ ਸੰਗਤ ਕੋ ਤਹਾਂ ਟਿਕਾਵੋ। ਇਸ ਲਈ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਟਿਕੋ ਔਰ ਗੁਰੂ ਕੀਆਂ ਸੰਗਤਾਂ ਨੂੰ ਉਸ ਸਥਾਨ ਤੇ ਜਾ ਮਿਲਣਾ ਕਰੋ। ਕੇਵਲ ਮਿਲਣਾ ਹੀ ਨਹੀਂ, ਮਨ ਬਾਛਤ ਸਿੱਖਣ ਕੋ ਦੀਜੈ। ਸਿੱਖ ਸੇਵਕਾਂ ਦੀ ਮਨ ਇੱਛਾ ਨੂੰ ਪੂਰੀਆਂ ਕਰਨਾ ਹੈ। ਹਮਰੇ ਸੰਸਰ ਸਗਲ ਕਰੀਜੈ। ਅਸਾਂ ਦੀ ਤਰ੍ਹਾਂ ਉਸ ਸਥਾਨ ਦੀ ਸਾਰੀ ਰੀਤ ਨੂੰ ਤੁਸਾਂ ਨੇ ਨਿਭਾਉਣਾ ਹੈ। ਵੇਖੋ,
ਕਿਤਨਾ ਮਹਾਨ ਕਾਰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਰਹੇ ਹਨ। ਇਹ ਬੋਲ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਹੇ, ਬੜੇ ਅਦਬ ਸਹਿਤ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਝੁਕਾਇਆ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋ ਗਏ। ਇਮ ਏਕਾਕੀ ਹਵੈ ਗੁਰ ਪੂਰੇ। ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਹੁਣ ਇਕਾਂਤ ਵਿੱਚ ਆਏ। ਤਬ ਗੁਰਦਾਸ ਹਕਾਰ ਹਦੂਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਪਾਸ ਬੁਲਾਇਆ, ਨਿਕਟ ਬਿਠਾਏ, ਮਨੋਰਥ ਭਾਖਾ ਕੋਲ ਬਿਠਾ ਕੇ ਆਪਣੇ ਮਨੋਰਥ ਨੂੰ ਭਾਈ ਗੁਰਦਾਸ ਜੀ ਦੇ ਅੱਗੇ ਕਹਿਣਾ ਕੀਤਾ ਤੇ ਕਿਹਾ ਕਿ ਸੁਣ ਭਾਈ ਹਮਰੀ ਅਭਿਲਾਖਾ। ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਜੀ ਮੇਰੇ ਜਿਹੜੀ ਮਨ ਦੀ ਅਭਿਲਾਖਾ ਹੈ ਉਹ ਸੁਣਨੀ ਕਰੋ। ਰਚੋ ਗ੍ਰੰਥ ਕੀ ਬੀੜ ਉਦਾਰੀ, ਲਿਖ ਅੱਖਰ ਗੁਰਮੁਖੀ ਮਝਾਰੀ। ਗੁਰਮੁਖੀ ਅੱਖਰ ਵਿੱਚ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਜਾਣੀ ਹੈ। ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੂ, ਸ਼੍ਰੀ ਗੁਰੂ ਅਮਰ ਅਪਰ ਸ਼੍ਰੀ ਰਾਮੂ। ਪ੍ਰਿਥਕ ਪ੍ਰਿਥਕ ਲਿਖ ਇਨਕੀ ਬਾਣੀ, ਪਠ ਕਰ ਆਪ ਲਿਓ ਪਹਿਚਾਨੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਔਰ ਗੁਰੂ ਰਾਮਦਾਸ ਮਹਾਰਾਜ ਜੀ, ਇਹਨਾਂ ਦੀ ਬਾਣੀ ਨੂੰ ਰਾਗਾਂ ਦੇ ਤਰਤੀਬ ਅਨੁਸਾਰ ਲਿਖਿਆ ਜਾਣਾ ਹੈ ਔਰ ਪਹਿਚਾਣ ਕੇ ਜਿਸ ਤਰ੍ਹਾਂ ਤਰਤੀਬ ਬਣੇ ਆਪ ਜੀ ਨੇ ਲਿਖਣਾ ਹੈ। ਜਦੋਂ ਇਹ ਬੋਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੋਲ ਸੁਣ ਕੇ ਬੜੀ ਨਿਮਰਤਾ ਨਾਲ ਕੀ ਆਖਿਆ, ਸੁਨ ਭਾਈ ਗੁਰਦਾਸ ਉਚਾਰੀ, ਕਹਾਂ ਬੁੱਧ ਪ੍ਰਭ ਇਤੀ ਹਮਾਰੀ। ਸਤਿਗੁਰੂ ਮਹਾਰਾਜ ਮੇਰੀ ਇਤਨੀ ਸੋਝੀ ਕਿੱਥੇ ਹੈ ਕਿ ਮੈਂ ਸਭ ਕੁਝ ਜਾਣ ਕੇ ਲਿਖ ਸਕਾਂ। ਮੈਂ ਅਲਪਗ੍ਯ ਜੀਵ ਕਿਮ ਜਾਨੋ, ਗੁਰ ਕੀ ਗਿਰਾ ਅਗਮ ਗਤ ਮਾਨੋ। ਗੁਰੂ ਪਰਮੇਸ਼ਰ ਦੀ ਮਹਿਮਾ ਤਾਂ ਬਿਆਨ ਹੀ ਨਹੀਂ ਹੋ ਸਕਦੀ। ਮੈਂ ਅਲਪਗ ਜੀਵ ਇਸ ਸਮਰੱਥਾ ਵਿੱਚ ਨਹੀਂ, ਇਸ ਸੋਝੀ ਵਾਲਾ ਨਹੀਂ ਕਿ ਲਿਖ ਸਕਾਂ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਇਸ ਨਿਮਰਤਾ ਨੂੰ ਵੇਖਿਆ ਔਰ ਬਹੁਤ ਪ੍ਰਸੰਨ ਹੋਏ ਔਰ ਪ੍ਰਸੰਨ ਹੋ ਕੇ ਕਿਰਪਾ ਦ੍ਰਿਸ਼ਟੀ ਕੀਤੀ। ਕਿਰਪਾ ਦ੍ਰਿਸ਼ਟ ਗੁਰ ਕੀ ਤਬ ਭਈ, ਤੀਨ ਕਾਲ ਗਿਆਤਾ ਹੋਏ ਗਈ। ਜਿਉਂ ਹੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਤਰਲੋਕੀ ਦੀ ਸੋਝੀ ਬਖਸ਼ਿਸ਼ ਕਰ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ। ਔਰ ਸਤਿਗੁਰੂ ਜੀ ਨੇ ਬਾਣੀ ਲਿਖਵਾਉਣ ਦਾ ਹੁਣ ਮਹਾਨ ਕਾਰਜ ਪ੍ਰਾਰੰਭ ਕਰਨਾ। ਹੱਥ ਜੋੜੇ ਅਕਾਲ ਪੁਰਖ ਵਾਹਿਗੁਰੂ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕਰ ਅਰਦਾਸ ਕੀਤੀ, ਜੋਦੜੀ ਕਰਕੇ ਸੀਸ ਝੁਕਾ ਤੇ ਇਸ ਮਹਾਨ ਕਾਰਜ ਨੂੰ ਪ੍ਰਾਰੰਭ ਕੀਤਾ। ਸ਼੍ਰੀ ਅਰਜਨ ਪੋਥੀ ਤਬ ਖੋਲੀ, ਹੇਤ ਲਿਖਾਵਨ ਗਿਰਾ ਅਮੋਲੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੁਖਾਰ ਬਿੰਦ ਤੋਂ ਬੋਲ ਕਿਹਾ ਔਰ ਬਾਣੀ ਲਿਖਵਾਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲੇ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਲਿਖਵਾਇਆ। ਇੱਕ ਓਂਕਾਰ ਤੋਂ ਇਸ ਮਹਾਨ ਕਾਰਜ ਨੂੰ ਪ੍ਰਾਰੰਭ ਕੀਤਾ। ਰਾਗ ਦੀ ਪ੍ਰਧਾਨਤਾ ਰੱਖੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਸਾਹਿਬਾਨ, ਗੁਰਸਿੱਖਾਂ, ਭਗਤਾਂ, ਭੱਟਾਂ ਦੀ ਬਾਣੀ ਅੰਕਿਤ ਹੈ। ਜਦੋਂ ਇਹ ਮਹਾਨ ਕਾਰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਨੇ, ਇਹਨਾਂ ਹੀ ਸਮਿਆਂ ਵਿੱਚ ਗੁਰੂ ਘਰ ਦੇ ਮਹਾਨ ਪਰਉਪਕਾਰੀ ਭਾਈ ਲੱਧਾ ਪਰਉਪਕਾਰੀ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਲਾਹੌਰ ਗਏ ਔਰ ਲਾਹੌਰ ਦੀ ਸੰਗਤ ਨੂੰ ਦੱਸਿਆ ਕਿ ਸਤਿਗੁਰੂ ਮਹਾਰਾਜ ਸ਼੍ਰੀ ਗ੍ਰੰਥ ਸਾਹਿਬ ਜੀ ਨੂੰ ਲਿਖਵਾਉਣ ਦਾ ਮਹਾਨ ਕਾਰਜ ਕਰ ਰਹੇ ਹਨ। ਜਦੋਂ ਗੁਰੂ ਕੀਆਂ ਸੰਗਤਾਂ ਨੇ ਸੁਣਿਆ,
ਬਹੁਤ ਪ੍ਰਸੰਨ ਹੋਈਆਂ। ਫੈਲਦਿਆਂ ਫੈਲਦਿਆਂ ਇਹ ਗੱਲ ਲਾਹੌਰ ਵਿੱਚ ਰਹਿਣ ਵਾਲੇ 4 ਭਗਤ ਸ਼੍ਰੀ ਕਾਨ੍ਹਾ ਜੀ, ਪੀਲੂ, ਛੱਜੂ ਤੇ ਸ਼ਾਹ ਹੁਸੈਨ, ਜਦੋਂ ਇਹਨਾਂ 4 ਨੂੰ ਪਤਾ ਲੱਗਿਆ, ਮਨ ਵਿੱਚ ਰੋਸ ਆਇਆ ਕਿ ਬਾਕੀ ਭਗਤ ਜਨਾਂ ਦੀ ਬਾਣੀ ਬੁਲਾ ਕੇ ਅੰਕਿਤ ਕੀਤੀ ਜਾ ਰਹੀ ਹੈ ਔਰ ਅਸਾਂ ਨੂੰ ਯਾਦ ਨਹੀਂ ਕੀਤਾ। ਫਿਰ ਸਾਰੀ ਗੱਲ ਪਤਾ ਲੱਗੀ। ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਕਿਤੇ ਐਸਾ ਨਾ ਹੋਵੇ ਇਹ ਗ੍ਰੰਥ ਸਾਹਿਬ ਜੀ ਦਾ ਮਹਾਨ ਕਾਰਜ ਹੋ ਜਾਏ ਤੇ ਅਸਾਂ ਦਾ ਨਾਮ ਔਰ ਅਸਾਂ ਦੀ ਰਚਨਾ ਵਿੱਚ ਅੰਕਿਤ ਹੋਣ ਤੋਂ ਰਹਿ ਹੀ ਨਾ ਜਾਏ। ਇਹ ਵੀ ਸਵਾਰ ਹੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਪਹੁੰਚੇ। ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਜਾ ਕੇ ਮਿਲੇ ਨਾ, ਤੇ ਸਤਿਗੁਰੂ ਮਹਾਰਾਜ ਜੀ ਨੇ ਬੜਾ ਅਦਬ ਦਿੱਤਾ, ਬੜਾ ਸਤਿਕਾਰ ਦਿੱਤਾ। ਸਤਿਕਾਰ ਸਹਿਤ ਬਿਠਾਇਆ, ਜਿਉਂ ਆਇਆ ਆਖਿਆ। ਔਰ ਇਹਨਾਂ ਵਿੱਚੋਂ ਮੁਖੀ ਕਾਨ੍ਹਾ ਜੀ ਨੇ ਇੱਕ ਗੱਲ ਕਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਕਹਿਣ ਲੱਗਾ, ਜਿਹੜੇ ਸੰਸਾਰ ਤੋਂ ਕੂਚ ਕਰ ਗਏ ਨੇ, ਤੁਸੀਂ ਉਹਨਾਂ ਦੀ ਰਚਨਾ ਇਸ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਰਹੇ ਹੋ, ਪਰ ਜਿਹੜੇ ਤੁਸਾਂ ਦੇ ਸਾਹਮਣੇ ਜੀਵਤ ਹਨ ਉਹਨਾਂ ਨੂੰ ਤੁਸਾਂ ਨੇ ਯਾਦ ਹੀ ਨਹੀਂ ਕੀਤਾ। ਅਸੀਂ ਆਏ ਹਾਂ ਇਸ ਲਈ ਤੁਸੀਂ ਸਾਡੀ ਰਚਨਾ ਨੂੰ ਇਸ ਗ੍ਰੰਥ ਵਿੱਚ ਅੰਕਿਤ ਕਰੋ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਬੋਲ ਸੁਣਿਆ ਨਾ, ਤੇ ਬੜੇ ਪਿਆਰ ਭਰੇ ਬੋਲਾਂ ਨਾਲ ਕਿਹਾ। ਕਹਿਣ ਲੱਗੇ, ਠੀਕ ਹੈ, ਅਗਰ ਤੁਸਾਂ ਦੀ ਰਚਨਾ ਇਸ ਬਾਣੀ ਦੇ ਆਸ਼ੇ ਅਨੁਸਾਰ ਹੋਏਗੀ ਤੇ ਇਸ ਨੂੰ ਜ਼ਰੂਰ ਅੰਕਿਤ ਕੀਤਾ ਜਾਏਗਾ। ਜਦੋਂ ਇਹ ਬੋਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਕਹੇ ਹੋਏ ਕਾਨ੍ਹੇ ਨੇ ਸੁਣੇ ਨਾ, ਤੇ ਜਿਹੜਾ ਅਭਿਮਾਨ ਸੀ ਉਹ ਸਿਖਰ ਤੇ ਪਹੁੰਚ ਗਿਆ। ਮਾਨੋ ਕਿ ਇਸ ਦੇ ਅਭਿਮਾਨ ਦੀ ਅਵਸਥਾ ਬਹੁਤ ਪ੍ਰਬਲ ਹੋ ਗਈ, ਤੇ ਅਭਿਮਾਨ ਵਿੱਚ ਆ ਕੇ ਕਹਿੰਦਾ, ਜਾਣਿਓ ਗੁਰੂ ਅਨੁਸਾਰ ਹਮਾਰੇ, ਮੈਂ ਕਿਆ ਲਗ ਹੋਂ ਲਖੇ ਨਾ ਜੋਏ। ਮੈਂ ਕਿਤੇ ਛੋਟੀ ਜਿਹੀ ਹਸਤੀ ਹਾਂ, ਮੈਨੂੰ ਕੌਣ ਨਹੀਂ ਜਾਣਦਾ। ਹੁਣ ਸਤਿਗੁਰੂ ਮਹਾਰਾਜ ਇਸ ਗੱਲ ਨੂੰ ਜਾਣ ਗਏ ਨੇ ਕਿ ਅਸੀਂ ਬਹੁਤ ਵੱਡੇ ਹਾਂ ਔਰ ਸਾਡੇ ਅਨੁਸਾਰ ਸਾਡੀ ਰਚਨਾ ਨੂੰ ਅੰਕਿਤ ਕਰਨਗੇ। ਤੇ ਸਤਿਗੁਰੂ ਮਹਾਰਾਜ ਜੀ ਨੇ ਬੋਲ ਆਖਿਆ। ਕਹਿਣ ਲੱਗੇ, ਤੁਸੀਂ ਆਪਣੀ ਰਚਨਾ ਸੁਣਾਓ। ਤੇ ਜਦੋਂ ਇਹ ਬੋਲ ਸੁਣੇ ਨਾ ਸਤਿਗੁਰੂ ਜੀ ਦੇ, ਤੇ ਕਾਨ੍ਹੇ ਨੇ ਬੋਲ ਕਹੇ, ਉਹੀ ਰੇ ਮੈਂ ਉਹੀ ਰੇ, ਜੰਗ ਕੋ ਵੇਦ ਪੁਰਾਨ ਸਭ ਗਾਵੈ, ਖੋਜਤ ਖੋਜ ਨਾ ਹੋਈ ਰੇ। ਇਹ ਬੋਲ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣੇ ਨਾ, ਤੇ ਮੁਖਾਰਬਿੰਦ ਤੋਂ ਬੋਲ ਕਿਹਾ। ਕਹਿਣ ਲੱਗੇ, ਇਸ ਵਿੱਚ ਤਾਂ ਅਭਿਮਾਨ ਦੀਆਂ ਗੱਲਾਂ ਹੋ ਰਹੀਆਂ ਹਨ, ਮੈਂ ਦੀ ਬਾਤ ਹੋ ਰਹੀ ਹੈ, ਪਰ ਇੱਥੇ ਮੈਂ ਵਾਲਿਆਂ ਦਾ ਨਹੀਂ, ਉਹਨਾਂ ਦਾ ਜ਼ਿਕਰ ਹੈ ਜਿਹੜੇ ਇਹ ਕਹਿੰਦੇ ਨੇ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ, ਤੇ ਫਿਰ ਪੀਲੂ ਅੱਗੇ ਆਇਆ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਤੁਸੀਂ ਵੀ ਰਚਨਾ ਸੁਣਾਉਣੀ ਕਰੋ। ਤੇ ਜਵਾਬ ਦਿੱਤੋਸ, ਅਸਾਂ ਨਾਲੋਂ ਸੇ ਭਲੇ ਜੋ ਜੰਮਦਿਆਂ ਸਮੂਏ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਇੱਥੇ ਤਾਂ ਸੰਸਾਰ ਤੇ ਆ ਕੇ ਜਿਹੜੇ ਸੰਸਾਰ ਰੂਪੀ ਕਾਲਕ ਦੀ ਕੋਠੜੀ ਵਿੱਚ ਰਹਿੰਦਿਆਂ ਆਪਣੇ ਜੀਵਨ ਨੂੰ ਉਜਲ ਰੱਖ ਕੇ ਵਿਚਰਦੇ ਹਨ, ਉਹਨਾਂ ਦਾ ਜ਼ਿਕਰ ਹੁੰਦਾ ਹੈ। ਇਹ ਰਚਨਾ ਅੰਕਿਤ ਨਹੀਂ ਹੋ ਸਕਦੀ। ਛੱਜੂ ਦੀ ਵਾਰੀ ਆਈ ਤੇ ਬੋਲ ਕਿਹਾ, ਕਾਗਦ ਸੰਧੀ ਪੁਤਲੀ ਤੋ ਨਾ ਤਿਰਿਆ ਨਿਹਾਰ। ਕਾਗਜ਼ ਦੀ ਬਣੀ ਹੋਈ ਪੁਤਲੀ ਵੀ ਇਸਤਰੀ ਦੀ ਹੋਵੇ ਤੇ ਉਹਦੇ ਵੱਲ ਵੀ ਤੱਕਣਾ ਨਹੀਂ ਚਾਹੀਦਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇਹ ਬਾਤ ਮਨ ਨੂੰ ਭਾਈ ਨਹੀਂ।
ਕਿਉਂਕਿ ਜਿਹੜਾ ਗ੍ਰਸਤ ਜੀਵਨ ਹੈ ਨਾ ਉਹ ਬਹੁਤ ਭਲਾ ਹੈ। ਹੱਥੀਂ ਕਿਰਤ ਕਰਨੀ ਔਰ ਵੰਡ ਕੇ ਛਕਣਾ, ਨਿਜ ਤਨ ਤੇ ਸ਼ਰਮ ਕਰੇ ਖਾਟ ਧਨ, ਬਹੁਰ ਬਾਂਟ ਕਰ ਭੋਜਨ ਪਾਏ। ਔਰ ਸੰਗਤ ਵਿੱਚ ਵਰਤਾ ਕੇ ਸੇਵਾ ਕਰਕੇ ਰਲ ਮਿਲ ਕੇ ਖਾਣਾ ਹੀ ਗ੍ਰਸਤ ਜੀਵਨ ਦਾ ਸ੍ਰੇਸ਼ਟ ਮਾਰਗ ਹੈ। ਇਹ ਰਚਨਾ ਵੀ ਅੰਕਿਤ ਨਹੀਂ ਹੋ ਸਕਦੀ। ਜਦੋਂ ਸ਼ਾਹ ਹੁਸੈਨ ਦੀ ਵਾਰੀ ਆਈ ਨਾ ਤੇ ਉਸ ਨੇ ਬੋਲ ਕਹੇ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਤੇ ਸਤਿਗੁਰੂ ਮਹਾਰਾਜ ਮੁਸਕਰਾ ਪਏ ਤੇ ਮੁਸਕਰਾ ਕੇ ਕੀ ਕਹਿਣ ਲੱਗੇ, ਸ਼੍ਰੀ ਅਰਜਨ ਮੁਸਕਾਵਤ ਬੋਲੇ, ਕਰਨਾ ਭਰੇ ਰਸੀਲੇ ਨੈਣ। ਸਤਿਗੁਰੂ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚ ਮਸਤੀ ਹੈ, ਰਸ ਹੈ। ਕਹਿਣ ਲੱਗੇ, ਚੰਗਾ ਕੀਤਾ ਹੀ ਭਾਈ, ਤੂੰ ਬੋਲਣ ਦੀ ਗੱਲ ਹੀ ਨਹੀਂ ਕੀਤੀ। ਇਹ ਰਚਨਾ ਅੰਕਿਤ ਨਹੀਂ ਹੋ ਸਕਦੀ, ਕਿਉਂਕਿ ਇੱਥੇ ਤਾਂ ਉਹਨਾਂ ਦੀ ਰਚਨਾ ਅੰਕਿਤ ਹੁੰਦੀ ਹੈ ਜਿਹੜੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਮੁਖਾਰ ਬਿੰਦ ਤੋਂ ਪਰਮੇਸ਼ਰ ਦੀ ਸਿਫਤ ਸਲਾਹ ਦੇ ਬੋਲ ਬੋਲਦੇ ਨੇ ਤੇ ਪਰਮੇਸ਼ਰ ਦੀ ਸਿਫਤ ਸਲਾਹ ਸੁਣਦੇ ਨੇ, ਉਹਨੂੰ ਗਾਉਂਦੇ ਨੇ, ਉਹਨੂੰ ਸਲਾਹੁੰਦੇ ਨੇ ਔਰ ਆਪਣੇ ਜੀਵਨ ਨੂੰ ਰਸ ਨਾਲ ਭਰ ਲੈਂਦੇ ਨੇ। ਇਹ ਬੋਲ ਜਦੋਂ ਚਾਰਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਕਹੇ, ਜਦੋਂ ਛੱਜੂ ਨੇ ਕਿਹਾ ਨਾ ਵੀ ਕਾਗਦ ਸੰਧੀ ਪੁਤਲੀ ਤਉ ਨ ਤਿਰਿਆ ਨਿਹਾਰ, ਤੇ ਗੁਰੂ ਘਰ ਦਾ ਤੇ ਸਿਧਾਂਤ ਇਹ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਲਿਖਤ ਤੋਂ ਇਨਕਾਰੀ ਕਰ ਦਿੱਤੀ ਔਰ ਸਾਰੀ ਤਰਤੀਬ ਸਤਿਗੁਰੂ ਮਹਾਰਾਜ ਜੀ ਨੇ ਦਿੱਤੀ। ਰਾਗਾਂ ਮੁਤਾਬਕ ਰਾਗ ਪ੍ਰਧਾਨਤਾ ਰੱਖ ਕੇ ਗ੍ਰੰਥ ਸਾਹਿਬ ਜੀ ਦੀ ਲਿਖਤ ਕਰਵਾਈ, ਜਿੱਥੇ ਗੁਰੂ ਸਾਹਿਬਾਨ, ਗੁਰਸਿੱਖਾਂ, ਭਗਤਾਂ, ਭੱਟਾਂ ਦੀ ਬਾਣੀ ਅੰਕਿਤ ਹੋਈ। ਇਸੇ ਹੀ ਤਰ੍ਹਾਂ ਸਾਰੀ ਬਾਣੀ ਦੀ ਤਰਤੀਬ ਵਿੱਚ ਘੋੜੀਆਂ, ਅਲਾਣੀਆਂ, ਕਰਹਲਾ, ਵਣਜਾਰਾ, ਥਿੱਤੀ, ਵਾਰ, ਬਾਰਹਿਮਾਂ, ਸੁਚੱਜੀ, ਗੁਣਵੰਤੀ, ਕੁਚੱਜੀ, ਲਾਵਾਂ, ਚੌਬੋਲੇ, ਫੁਨਹੇ, ਗਾਥਾ ਰਚ ਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਮਹਾਨ ਜਿਹੜਾ ਕਾਰਜ ਹੈ ਇਹ ਨੇਪਰੇ ਚਾੜਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਮਹਾਨ ਕਾਰਜ ਸੰਪੂਰਨ ਕੀਤਾ ਨਾ, ਇਹ ਬਾਤ 1604 ਈਸਵੀ ਸਨ ਦੀ ਹੈ। ਬੜੇ ਅਦਬ ਸਤਿਕਾਰ ਨਾਲ ਅਰਦਾਸ ਕਰ ਮਾਲਕ ਦੇ ਸ਼ੁਕਰਾਨੇ ਵਿੱਚ ਅਰਦਾਸ ਕੀਤੀ। ਇਸ ਪੋਥੀ ਦੀ ਜਿਲਦ ਦੇ ਮਹਾਨ ਜੋ ਕਾਰਜ ਸਨ ਉਹ ਸਾਰੇ ਕਰਵਾਏ ਔਰ ਸਾਰੇ ਕਰਵਾ ਕੇ ਨਾ ਬਾਬਾ ਬੁੱਢਾ ਸਾਹਿਬ ਜੀ ਤਿਨਾਂ ਨੂੰ ਪਾਸ ਬੁਲਾਇਆ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੁਖਾਰ ਬਿੰਦ ਤੋਂ ਬੋਲ ਕਿਹਾ। ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਇਸ ਗ੍ਰੰਥ ਸਾਹਿਬ ਜੀ ਨੂੰ ਕਿਸ ਸਥਾਨ ਤੇ ਪ੍ਰਕਾਸ਼ਮਾਨ ਕੀਤਾ ਜਾਏ। ਜਦੋਂ ਇਹ ਬੋਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹੇ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਕੀ ਬੇਨਤੀ ਕੀਤੀ, ਹਾਥ ਜੋੜ ਕਰ ਤਬੇ ਬਖਾਨੋ, ਸ਼੍ਰੀ ਗੁਰੂ ਤੁਮ ਤੇ ਕੌਣ ਸਿਆਨੋ। ਸਤਿਗੁਰੂ ਮਹਾਰਾਜ ਜੀ, ਮੇਰੀ ਬੇਨਤੀ ਹੈ, ਤੁਸਾਂ ਤੋਂ ਸੋਝੀ ਵਾਲਾ ਹੋਰ ਕੌਣ ਹੈ, ਪਰ ਤੁਸਾਂ ਦਾ ਹੁਕਮ ਹੋਇਆ ਕਿ ਦੱਸਣਾ ਕਰੋ। ਆਪ ਜੀ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਤਉ ਸੁਨੋ ਸਰ ਸੁਧਾ ਮਝਾਰਾ, ਹਰ ਮੰਦਰ ਸੁੰਦਰ ਦਰਬਾਰਾ। ਸਤਿਗੁਰੂ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਬਹੁਤ ਸੁੰਦਰ ਸਥਾਨ, ਜਿਹਦੇ ਵਰਗਾ ਸਥਾਨ ਤਰਲੋਕੀ ਤੇ ਕੋਈ ਨਹੀਂ। ਸਦਾ ਸਥਾਪਨ ਗ੍ਰੰਥ ਸੁਲਾਇਕ, ਸੋਭੇ ਗੋ ਇਮਤਹਾਂ ਸੁਭਾਇਕ। ਜਦੋਂ ਇਹ ਅੰਮ੍ਰਿਤ ਬੋਲ ਬਾਬਾ ਬੁੱਢਾ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਸਤਿਗੁਰੂ ਮਹਾਰਾਜ ਜੀ ਨੇ ਸੁਣੇ ਨਾ, ਤੇ ਬਹੁਤ ਪ੍ਰਸੰਨ ਹੋਏ। ਸੁਨਤ ਪ੍ਰਸੰਨ ਗੁਰੂ ਬਹੁ ਭਏ,
ਜਥਾ ਯੋਗ ਇਨ ਵਰਣਨ ਕਹੇ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸਾਂ ਨੇ ਬਹੁਤ ਯੋਗ ਬਾਤ ਕਹੀ ਹੈ ਤੇ ਇਹ ਗੱਲ ਸੁਣ ਕੇ ਮੇਰੇ ਮਨ ਨੂੰ ਬਹੁਤ ਪ੍ਰਸੰਨਤਾ ਮਿਲੀ ਹੈ। ਸਤਿਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ। ਸੰਗਤ ਨੂੰ ਸੁਨੇਹਾ ਭੇਜਿਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਪਹਿਲਾ ਪ੍ਰਕਾਸ਼ ਕਰਨਾ ਹੈ। ਜਿਸ ਦਿਨ ਸਾਰੀ ਤਿਆਰੀ ਹੋ ਚੁੱਕੀ ਹੈ, ਗ੍ਰੰਥ ਸਾਹਿਬ ਜੀ ਬਹੁਤ ਅਦਬ ਸਹਿਤ ਉੱਚੇ ਸਥਾਨ ਤੇ ਬਿਰਾਜਮਾਨ ਕੀਤਾ ਜਾ ਚੁੱਕਿਆ ਹੈ। ਸਤਿਗੁਰੂ ਮਹਾਰਾਜ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਸਾਰੇ ਤਿਨਾਂ ਨੇ ਭੁੰਜੇ ਸੋਣਾ ਕੀਤਾ। ਸਾਰੇ ਆਰਾਮ ਕਰ ਰਹੇ ਹਨ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੋਚ ਰਹੇ ਨੇ ਕਿ ਗ੍ਰੰਥ ਸਾਹਿਬ ਜੀ ਦੀ ਲਿਖਤ ਦਾ ਤਾਂ ਮਹਾਨ ਕਾਰਜ ਹੋ ਚੁੱਕਿਆ ਹੈ, ਪਰ ਇਸ ਦੀ ਸਾਂਭ ਸੰਭਾਲ ਵਾਸਤੇ ਗ੍ਰੰਥੀ ਦੀ ਨਿਯੁਕਤੀ ਕਿਸ ਦੀ ਹੋਣੀ ਚਾਹੀਦੀ ਹੈ। ਆਖਰ ਫੈਸਲਾ ਕੀਤਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ ਆਰਬਲਾ ਉਸ ਵੇਲੇ ਤਕਰੀਬਨ 98 ਸਾਲ ਦੇ ਕਰੀਬ ਹੈ, ਬਾਬਾ ਬੁੱਢਾ ਸਾਹਿਬ ਜੀ ਨੂੰ ਬਤੌਰ ਗ੍ਰੰਥੀ ਨਿਯੁਕਤ ਕੀਤਾ। ਅੰਮ੍ਰਿਤ ਵੇਲਾ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਮੁਖਾਰ ਬਿੰਦ ਤੋਂ ਬੋਲ ਕਿਹਾ। ਕਹਿਣ ਲੱਗੇ ਤੁਸਾਂ ਨੇ ਗ੍ਰੰਥ ਸਾਹਿਬ ਜੀ ਨੂੰ ਸੀਸ ਤੇ ਸੁਭਾਏਮਾਨ ਕਰਕੇ ਅੱਗੇ ਚੱਲਣਾ ਹੈ। ਮੈਂ ਚੌਰ ਸਾਹਿਬ ਦੀ ਸੇਵਾ ਕਰਾਂਗਾ ਔਰ ਸਾਰੀ ਸੰਗਤ ਨਾਲ ਚਲੇਗੀ। ਇਸੇ ਤਰ੍ਹਾਂ ਹੀ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਅਦਬ ਸਤਿਕਾਰ ਸਹਿਤ ਗ੍ਰੰਥ ਸਾਹਿਬ ਜੀ ਨੂੰ ਸੀਸ ਤੇ ਸੁਭਾਏਮਾਨ ਕੀਤਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਚੌਰ ਸਾਹਿਬ ਦੀ ਸੇਵਾ ਕਰ ਰਹੇ ਹਨ। ਸੰਗਤ ਨਾਲ ਚੱਲ ਰਹੀ ਹੈ। ਸੰਗਤਾਂ ਸ਼ਬਦ ਗਾਇਨ ਕਰ ਰਹੀਆਂ ਹਨ। ਜੈ ਜੈਕਾਰ ਹੋ ਰਹੀ ਹੈ। ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਸ਼ਬਦ ਗਾਇਨ ਕਰਦਿਆਂ ਜਦੋਂ ਸੰਗਤ ਜਾ ਰਹੀ ਹੈ ਨਾ, ਤੇ ਕਵੀ ਜੀ ਨੇ ਬੜੀ ਪਿਆਰ ਭਰੀ ਗੱਲ ਕਹੀ। ਕਹਿਣ ਲੱਗੇ ਇਸ ਸੰਗਤ ਦੇ ਨਾਲ ਸ਼੍ਰੀ ਹਰਗੋਬਿੰਦ ਜੀ ਵੀ ਜਾਂਦੇ ਹੋਏ ਬਹੁਤ ਸੁੰਦਰ ਲੱਗ ਰਹੇ ਹਨ। ਜੈ ਜੈਕਾਰ ਕਰਦਿਆਂ, ਸ਼ਬਦ ਪੜ੍ਹਦਿਆਂ ਗ੍ਰੰਥ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣਾ ਕੀਤਾ। ਕੀਰਤਨ ਦੀ ਸੰਪੂਰਨਤਾ ਹੋਈ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਿਆਰ ਵਿੱਚ ਬੋਲ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਨੇ ਸਭ ਪੰਥ। ਜਦੋਂ ਇਹ ਬੋਲ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਬਾਬਾ ਬੁੱਢਾ ਸਾਹਿਬ ਜੀ ਨੇ ਸੁਣਿਆ। ਅਦਬ ਸਾਹਿਤ ਗ੍ਰੰਥ ਤਬ ਖੋਲਾ। ਬੜੇ ਅਦਬ ਸਤਿਕਾਰ ਸਹਿਤ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਲੈ ਆਵਾਜ਼, ਬੁੱਢਾ ਤਬ ਬੋਲਾ। ਬਾਬਾ ਬੁੱਢਾ ਸਾਹਿਬ ਜੀ ਨੇ ਮੁਖਾਰ ਬਿੰਦ ਤੋਂ ਅੰਮ੍ਰਿਤ ਬਾਣੀ ਦਾ ਇਹ ਪਾਵਨ ਹੁਕਮਨਾਮਾ ਲਿਆ। ਸੂਹੀ ਮਹਿਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਅਰਜਨ ਦੇਵ ਮਹਾਰਾਜ ਔਰ ਸਾਰੀ ਸੰਗਤ ਬੜੇ ਅਦਬ ਨਾਲ ਹੱਥ ਜੋੜ ਕੇ ਬੈਠ ਹੁਕਮਨਾਮਾ ਸਰਵਣ ਕਰ ਰਹੀ ਹੈ। ਹੁਕਮਨਾਮਾ ਸੰਗਤ ਨੂੰ ਸਰਵਣ ਕਰਾਉਣ ਤੋਂ ਉਪਰੰਤ ਸੰਪੂਰਨ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਸੰਗਤ ਨੂੰ ਸੁਣਾਇਆ ਗਿਆ ਔਰ ਸਾਰੀ ਦਿਹਾੜੀ ਗੁਰੂ ਕੀ ਸੰਗਤ ਆ ਕੇ ਦਰਸ਼ਨ ਕਰਦੀ ਰਹੀ, ਸੀਸ ਝੁਕਾਉਂਦੀ ਰਹੀ ਔਰ ਅਸੀਸ ਮੰਨਦੀ ਰਹੀ। ਜੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਔਰ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਕੀਤਾ ਜਾਏ ਤੇ ਇਉਂ ਕਹਿ ਦਈਏ ਕਿ ਸੰਸਾਰ ਸਾਗਰ ਤੋਂ ਸੁਖੈਨ ਪਾਰ ਹੋਣ ਵਾਸਤੇ ਸ੍ਰੀ ਗ੍ਰੰਥ ਸਾਹਿਬ ਜੀ ਮਾਨੋ ਜਹਾਜ਼ ਰੂਪ ਹਨ। ਗ੍ਰੰਥ ਜਹਾਜ਼ ਸੁ ਭੋਜਲ ਕੇ, ਤਰ ਜਾਤ ਸੁਖੈਨ ਜਿਨੀ ਚਿਤ ਲਾਇਓ। ਗ੍ਰੰਥ ਜਹਾਜ਼ ਸੁ ਭੋਜਲ ਕੇ, ਤਰ ਜਾਤ ਸੁਖੈਨ ਜਿਨੀ ਚਿਤ ਲਾਇਓ। ਜਿਨ੍ਹਾਂ ਨੇ ਚਿਤ ਲਾ ਕੇ
ਗ੍ਰੰਥ ਸਾਹਿਬ ਜੀ ਦੇ ਵਿੱਚੋਂ ਅੰਮ੍ਰਿਤ ਬਾਣੀ ਨੂੰ ਪੜ੍ਹਿਆ, ਉਹ ਸੁਖੈਨ ਹੀ ਸੰਸਾਰ ਸਾਗਰ ਤੋਂ ਪਾਰ ਹੋ ਜਾਣਗੇ। ਇਉਂ ਕਹਿ ਦਈਏ ਕਿ ਸਰੀਰ ਕਰਕੇ ਤੇ ਗੁਰੂ ਸਾਹਿਬਾਨ ਸੰਸਾਰ ਤੋਂ ਵਾਪਸ ਪਰਤ ਜਾਣਗੇ, ਪਰ ਇਹ ਜਿਹੜਾ ਗ੍ਰੰਥ ਸਾਹਿਬ ਹੈ, ਅੰਮ੍ਰਿਤ ਬਾਣੀ ਹੈ, ਇਹ ਸਦੀਵ ਰਹਿਣ ਵਾਲੀ ਹੈ। ਗ੍ਰੰਥ ਹਿਰਦਾ ਗੁਰੂ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਤੇ ਅਦਬ ਵੇਖੋ ਸਤਿਗੁਰੂ ਜੀ ਨੇ ਕਿਤਨਾ ਕੀਤਾ। ਕਹਿਣ ਲੱਗੇ ਮੇਰੇ ਸਰੂਪ ਤੇ ਜਾਂਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ ਹੈ। ਇਸ ਨੂੰ ਮੇਰੇ ਤੋਂ ਸ੍ਰੇਸ਼ਟ ਜਾਣਨਾ ਔਰ ਪਰਮੇਸ਼ਰ ਰੂਪ ਜਾਣ ਕੇ ਇਸ ਨੂੰ ਅਦਬ ਦੇਣਾ ਔਰ ਇਸ ਨੂੰ ਪੜ੍ਹ ਕੇ ਜੀਵਨ ਦਾ ਚੱਜ ਆਚਾਰ ਪ੍ਰਾਪਤ ਕਰਨਾ। ਬੜੇ ਬੜੇ ਸਾਹਿਤਕਾਰ, ਲਿਖਾਰੀ, ਵਿਦਵਾਨ ਸੱਜਣਾ ਨੇ ਬੜੇ ਬੜੇ ਅਦਬ ਔਰ ਪਿਆਰ ਦੇ ਬੋਲ ਸ੍ਰੀ ਗ੍ਰੰਥ ਸਾਹਿਬ ਜੀ ਦੇ ਵਾਸਤੇ ਆਪਣੇ ਮੁਖਾਰ ਬਿੰਦ ਤੋਂ ਕਹੇ। ਮਹਾਨ ਸਾਹਿਤਕਾਰ ਸ਼੍ਰੀ ਹਰਨਾਮ ਦਾਸ ਸਹਿਰਾਈ ਜੀ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਔਰ ਇਤਿਹਾਸ ਨੂੰ ਬਹੁਤ ਸੁਚੱਜੇ ਢੰਗ ਨਾਲ ਲਿਖਿਆ ਹੈ। ਪਤਾ ਕੀ ਲਿਖਦੇ ਨੇ? ਉਹਨਾਂ ਦੇ ਪਿਆਰ ਭਰੇ ਬੋਲ ਨੇ, ਅਗਰ ਉਹ ਵਿਅਕਤੀ ਜਿਸ ਨੂੰ ਗੁਰਬਾਣੀ ਦੀ ਸੋਝੀ ਵੀ ਨਹੀਂ ਔਰ ਪਤਾ ਵੀ ਨਹੀਂ ਲੱਗਦਾ ਕਿ ਕੀ ਪੜ੍ਹਿਆ ਜਾ ਰਿਹਾ ਹੈ, ਪਤਾ ਵੀ ਨਹੀਂ ਲੱਗਦਾ ਕਿ ਕੀ ਪੜ੍ਹਿਆ ਜਾ ਰਿਹਾ ਹੈ, ਪਰ ਜਦੋਂ ਇਸ ਅੰਮ੍ਰਿਤ ਬਾਣੀ ਦੀ ਰਾਗ ਰਾਹੀਂ ਮਿਠਾਸ ਕੰਨਾਂ ਵਿੱਚ ਪੈਂਦੀ ਹੈ ਤੇ ਵਿਅਕਤੀ ਦਾ ਮਨ ਖਿੜ ਜਾਂਦਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਬੜੇ ਪਿਆਰ ਭਰੇ ਬੋਲ ਕਹੇ ਤੇ ਰਾਈਟਰ ਦੇ ਵੇਖੋ ਕਿਤਨੇ ਕਮਾਲ ਦੇ ਬੋਲ ਹਨ। ਕਹਿਣ ਲੱਗਾ ਸ਼੍ਰੀ ਅਰਜਨ ਸਮ ਪਰਉਪਕਾਰੀ, ਸੰਸਾਰ ਦੇ ਉੱਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੈਸਾ ਪਰਉਪਕਾਰੀ ਹੋਇਆ ਹੀ ਨਹੀਂ ਹੈ। ਸ਼੍ਰੀ ਅਰਜਨ ਸਮ ਪਰਉਪਕਾਰੀ ਹੋਇਓ ਨਾ ਹੈ, ਨਾ ਕੋਈ ਹੋਇਆ ਨਾ ਕੋਈ ਹੈ, ਹੋਏ ਨਾ ਹਿਤਕਾਰੀ। ਸੰਸਾਰ ਦਾ ਭਲਾ ਕਰਨ ਔਰ ਚਿਤਵਣ ਵਾਲਾ ਧੰਨ ਗੁਰੂ ਅਰਜਨ ਦੇਵ ਜੈਸਾ ਪਰਉਪਕਾਰੀ ਹੋਰ ਹੈ ਹੀ ਕੋਈ ਨਹੀਂ। ਸਤਿਗੁਰੂ ਜੀ ਨੇ ਕੀ ਪਰਉਪਕਾਰ ਕੀਤਾ? ਤੇ ਰਾਈਟਰ ਕਹਿੰਦਾ ਦੋਨੋਂ ਬੜੇ ਜਹਾਜ਼ ਬਣਾਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਲਈ ਅਸੀਂ ਇਹ ਅੰਮ੍ਰਿਤ ਬੋਲ ਪੜ੍ਹਦੇ ਹਾਂ ਕਿ ਸਤਿਗੁਰੂ ਮਹਾਰਾਜ ਮਾਨੋ ਆਪ ਹੀ ਕਲਯੁਗੀ ਜਹਾਜ਼ ਹਨ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰੇਸ਼ਟ ਲਗ ਪੇ ਧਰੋ। ਤੇ ਰਾਈਟਰ ਕਹਿੰਦਾ ਦੋਨੋਂ ਬੜੇ ਜਹਾਜ਼ ਬਣਾਏ, ਭਰ ਪਰ ਪੂਰ ਸੋ ਪਾਰ ਲੰਘਾਏ। ਪੁੱਛਿਆ ਕਿਹੜੇ ਵੱਡੇ ਜਹਾਜ਼ ਬਣਾਏ ਹਨ? ਤੇ ਜਵਾਬ ਸੀ ਸ਼੍ਰੀ ਅੰਮ੍ਰਿਤਸਰ ਵਿੱਚ ਹਰਮੰਦਰ। ਪਹਿਲਾ ਜਹਾਜ਼ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਸਿਰਜਣਾ, ਰਚਨਾ ਬਹੁ ਬਣਾਏ ਕਰ ਸੁੰਦਰ। ਤੇ ਦੂਸਰਾ ਜਹਾਜ਼ ਸ਼੍ਰੀ ਗ੍ਰੰਥ ਸਾਹਿਬ ਕਰ ਦੂਜਾ, ਨਿਜ ਥਲ ਥਿਤ ਕਰ ਠਾਨੀ ਪੂਜਾ। ਸ਼੍ਰੀ ਗ੍ਰੰਥ ਸਾਹਿਬ ਕਰ ਦੂਜਾ, ਨਿਜ ਥਲ ਥਿਤ ਕਰ ਠਾਨੀ ਪੂਜਾ। ਧੰਨ ਗੁਰੂ ਅਰਜਨ ਗੁਣ ਖਾਨੀ, ਗੁਣਾਂ ਦੀ ਖਾਨ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਧੰਨ ਹਨ, ਪਰਉਪਕਾਰ ਰੈਨ ਦਿਨ ਠਾਨੀ। ਉਹ ਦਿਨ ਰਾਤ ਸੰਸਾਰ ਦੇ ਜੀਵਾਂ ਤੇ ਪਰਉਪਕਾਰ ਕਰਦੇ ਹਨ। ਬਾਰ ਬਾਰ ਤਿਨ ਕੇ ਪਗ ਨਮੋ, ਰਹੋ ਸਹਾਈ ਅੰਤ ਕੇ ਸਮੋ। ਸਤਿਗੁਰੂ ਮੇਰੀ ਵੀ ਤੁਸਾਂ ਦੇ ਚਰਨਾਂ ਤੇ ਨਮਸਕਾਰ ਹੈ। ਤੁਸਾਂ ਦੇ ਮਹਾਨ ਕਾਰਜ ਅੱਗੇ ਮੇਰਾ ਸੀਸ ਝੁਕਦਾ ਹੈ। ਇੱਥੇ ਹੀ ਬਸ ਨਹੀਂ, ਬੜੇ ਬੜੇ ਵਿਦਵਾਨ ਸੱਜਣਾ ਨੇ ਹੋਰ ਵਿਚਾਰ ਕਹੇ। ਇਉਂ ਕਹਿ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਮੁੱਚਾ ਮਜ਼ਮੂਨ ਹੈ, ਇਹ ਸੱਚ ਦਾ ਸਹੀ ਰੂਪ, ਸੱਚ ਦੀ ਪ੍ਰਾਪਤੀ ਦੇ ਸਾਧਨ, ਜਿਨ੍ਹਾਂ ਸੱਚ ਪ੍ਰਾਪਤ ਕਰ ਲਿਆ ਹੈ ਅਤੇ ਜਿਨ੍ਹਾਂ ਪ੍ਰਾਪਤ ਨਹੀਂ ਕੀਤਾ, ਇਹਨਾਂ ਦੋਹਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ਕਿ ਕੂੜ ਦੀ ਕੰਨ ਨੂੰ ਡੇਗ ਕੇ ਸਚਿਆਰ ਕਿਵੇਂ ਬਣਨਾ ਹੈ। ਸੰਕੋਚਵੇਂ ਢੰਗ ਨਾਲ
ਇਹ ਕਿਹਾ ਜਾ ਸਕਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਅੰਦਰ ਤੇ ਬਾਹਰ ਦੀ ਜਿਹੜੀ ਅਵਸਥਾ ਹੈ ਉਹ ਨਿਰਮਲ ਕਰਕੇ ਰੱਖਣ ਵਾਲੇ ਨੂੰ ਧਨ ਕਹਿ ਕੇ ਸਨਮਾਨਿਆ ਹੈ। ਮਾਨੋ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੈ। ਇਉਂ ਕਹਿ ਦਈਏ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਗ੍ਰੰਥ ਸਾਹਿਬ ਜੀ ਨੂੰ ਇੱਕ ਤੋਂ ਸ਼ੁਰੂ ਕਰਕੇ ਔਰ ਮੁਦਾਵਣੀ ਦਾ ਜਿਹੜਾ ਅਖੀਰਲਾ ਬੋਲ ਹੈ ਨਾ ਉਹ ਹੈ ਪਸਾਰੋ। ਮਾਨੋ ਇੱਕ ਤੋਂ ਸ਼ੁਰੂ ਹੋ ਕੇ ਸਾਰੇ ਪਸਾਰੇ ਤੋਂ ਘੁੰਮ ਕੇ ਇੱਕ ਦਾ ਰੂਪ ਹੋਣਾ ਹੈ। ਇਉਂ ਕਹਿ ਦਈਏ ਕਿ ਜਦੋਂ ਅਸੀਂ ਮਾਲਾ ਫੇਰਦੇ ਹਾਂ ਨਾ ਤੇ ਮੇਰੂ ਦੇ ਮਣਕੇ ਤੋਂ ਮਾਲਾ ਸ਼ੁਰੂ ਹੁੰਦੀ ਏ ਔਰ ਸਾਰੇ ਪਸਾਰੇ ਤੋਂ ਘੁੰਮ ਕੇ ਮੇਰੂ ਦੇ ਮਣਕੇ ਤੇ ਮਾਲਾ ਸੰਪੂਰਨ ਹੋ ਜਾਂਦੀ ਏ। ਮਾਨੋ ਇੱਕ ਤੋਂ ਸ਼ੁਰੂ ਹੋ ਕੇ ਇੱਕ ਦੀ ਆਰਾਧਨਾ ਵਿੱਚ ਵਿਚਰਦਿਆਂ ਹੋਇਆਂ ਸਾਰੇ ਪਸਾਰੇ ਵਿੱਚ ਘੁੰਮ ਕੇ ਇੱਕ ਦਾ ਰੂਪ ਹੋਣਾ ਹੈ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਸਾ ਰਾਗ ਵਿੱਚ ਕਿਤਨੇ ਪਿਆਰ ਭਰੇ ਅੰਮ੍ਰਿਤ ਬੋਲ ਆਖਦੇ ਹਨ। ਕਹਿਣ ਲੱਗੇ